ਲਾਓ ਹਾਜ਼ਰੀ ਨੂੰ ਰੋਕਦੇ ਸੀ। ਤੁਹਾਡਾ ਕੀ ਕਹਿਣਾ ਉਹਨਾਂ ਬਾਰੇ ਜੋ ਦਿੱਲੀ ਦੇ ਵਿੱਚ ਕਿਸਾਨ ਬੈਠੇ ਹੈਗੇ ਜੀ? ਮੈਨੂੰ ਪਤਾ ਸੰਵਿਧਾਨਕ ਪੋਸਟ ਆਈ ਆ ਬਾਹਰ ਆ ਜਾਓ, ਬਾਹਰ ਗੱਲ ਕਰਦੇ ਹਾਂ। ਤੁਹਾਡੇ ਪਾਸ ਨਹੀਂ ਆ ਸੀ, ਚਲੋ ਮੋਦੀ ਇਹ ਗੱਲ ਸਮਝੇ ਵੀ ਇਹ ਜਿਹੜੀ ਜ਼ਮੀਨ ਆ ਇਹ ਵੀ ਸਾਡੀ ਮਾਂ ਵਾ। ਇਹ ਮੇਰੀ ਮਾਂ ਤੇ ਹੈ ਹੀ ਆ, ਮੇਰੇ ਪਿਓ ਦੀ ਮਾਂ ਵੀ ਜ਼ਮੀਨ ਇਹ ਮਾਂ ਸੀ, ਮੇਰੇ ਦਾਦੇ ਦੀ ਵੀ ਸੀ। ਤੇ ਇਹ ਅਸੀਂ ਜ਼ਮੀਨਾਂ ਵਾਸਤੇ ਹੁਣ ਕੀ ਨਹੀਂ ਕਰ ਸਕਦੇ? ਦਾਦਿਆਂ ਦੀ ਮਾਂ, ਸਾਡੇ ਪੁਰਖਿਆਂ ਦੀ ਮਾਂ ਸਾਡੀ ਜ਼ਮੀਨ ਆ, ਅਸੀਂ ਉਹਦੇ ਵਾਸਤੇ ਕੀ ਨਹੀਂ ਕਰ ਸਕਦੇ ਜੀ? ਇਹ ਸੱਟ ਦਾ ਕੀ, ਇਹ ਸੱਟ ਦੀ ਨਹੀਂ ਕੋਈ ਵੀ ਪਰਵਾਹ। ਸਾਡੇ ਗੋਡੇ ਗਿੱਟੇ ਤੋੜੇ ਗਏ, 7 ਮੁੰਡੇ ਅੱਜ ਫੱਟੜ ਕੀਤੇ ਗਏ ਆ। ਅਸੀਂ ਉਹਨਾਂ ਦਾ ਲਵਾਂਗੇ ਹਿਸਾਬ, ਸਾਨੂੰ ਹਿਸਾਬ ਦਿਓ। ਸਾਡੇ ਜਿਹੜੇ ਵਹੀਕਲ ਭੰਨੇ ਗਏ, ਅਸੀਂ ਸਿਰਫ ਝੰਡੇ ਵਿਖਾਉਣ ਦੇ ਮੁੰਡੇ ਖਲੋ ਕੇ। ਜਦੋਂ ਰੌਂਗ ਸਾਈਡ ਤੋਂ ਚੜ੍ਹਨ ਇਹ ਡਿਆ ਸੀ, ਜਿਹੜਾ ਸਾਂਪਲਾ ਵਾ ਰੌਂਗ ਸਾਈਡ ਤੋਂ ਪੁਲ ਤੇ ਚੜ੍ਹਨ ਡਿਆ ਸੀ, ਤੇ ਰੌਂਗ ਸਾਈਡ ਤੋਂ ਚੜ੍ਹਦਿਆਂ ਨੂੰ ਅਸੀਂ ਝੰਡੇ ਵਿਖਾਏ ਆ। ਇਹਨਾਂ ਵਾਸਤੇ ਚਲਾਨ ਪਹਿਲਾਂ ਤੇ ਉਹ ਬਣਦਾ। ਦੇਖੋ ਅੱਜ ਦੇ ਹਾਲਾਤ ਕੀ ਆ, ਕਦੀ ਕਿਸੇ ਨੇ ਸੋਚਿਆ ਸੀ ਵੀ ਸਾਡੇ ਜਹਾਜ਼ ਵਿਕ ਜਾਣਗੇ, ਸਾਡੀਆਂ ਰੇਲਾਂ ਵਿਕ ਜਾਣਗੀਆਂ, ਸਾਡੇ ਏਅਰਪੋਰਟ ਵਿਕ ਜਾਣਗੇ, ਸਾਡੇ ਸਟੇਸ਼ਨ ਵਿਕ ਜਾਣਗੇ, ਸਾਡੀਆਂ ਬੈਂਕਾਂ ਵਿਕ ਜਾਣਗੀਆਂ, ਸਾਡੇ ਪੈਟਰੋਲ ਪੰਪ ਵਿਕ ਜਾਣਗੇ। ਕੁਝ ਵੀ ਕੁਰਬਾਨੀ ਦੇ ਕੇ ਹੀ ਦੇਸ਼ ਨੂੰ ਬਚਾਉਣਾ ਪੈਣਾ ਸਾਨੂੰ। ਐਸਸੀ ਕਮਿਸ਼ਨ ਦਾ ਚੇਅਰਮੈਨ ਹੈ ਸਾਂਪਲਾ, ਇਹਨੇ ਉਹ ਸਟੇਸ਼ਨ ਦਾ ਮੈਨੂੰ ਪਤਾ ਲੱਗਾ ਸਟੇਸ਼ਨ ਦਾ ਇਹ ਮੈਂਬਰ ਆ। ਦੋਵਾਂ ਹੀ ਲੋਕ ਇਹ ਵਾਸਤੇ ਬਣੇ ਆ ਤੇ ਲੋਕ ਤੁਹਾਨੂੰ ਸਿੱਕੇ ਟੰਗ ਰਹੇ ਆ ਦੋਵੇਂ। ਕੈਪਟਨ ਅਮਰਿੰਦਰ 2017 ਦੀ ਰਿਲਾਇੰਸ ਵਾਲਿਆਂ ਨੇ ਸਹਿਮਤੀ ਦਿੱਤੀ ਆ, ਬਾਦਲ ਸਾਹਿਬ ਨੇ ਵੀ ਸਹਿਮਤੀ ਦਿੱਤੀ ਆ, ਸਾਰੀਆਂ ਸਰਕਾਰਾਂ ਨੇ ਸਹਿਮਤੀ ਦਿੱਤੀ, ਸਰਕਾਰਾਂ ਇੱਕ ਆ। ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਕਿਸਾਨ ਦਿੱਲੀ ਦੇ ਮੁੱਖ ਮਾਰਗਾਂ ਤੇ ਬਹਿ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ, ਉੱਥੇ ਹੀ ਪੰਜਾਬ ਵਿੱਚ ਵੀ ਬੀਜੇਪੀ ਦਾ ਲਗਾਤਾਰ ਵਿਰੋਧ ਜਾਰੀ ਹੈ। ਜੇ ਗੱਲ ਕੀਤੀ ਜਾਵੇ ਅੱਜ ਦੀ, ਤੇ ਅੱਜ ਵਿਜੇ ਸਾਂਪਲਾ ਹੋਣਾ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚਿਆ ਗਿਆ ਸੀਗਾ ਤੇ ਇੱਕ ਨੌਜਵਾਨ ਵੱਲੋਂ ਉਹਨਾਂ ਨੂੰ ਕਈ ਸਵਾਲ ਵੀ ਜਿਹੜੇ ਸੀਗੇ ਪੁੱਛੇ ਗਏ ਸੀਗੇ। ਉਸ ਤੋਂ ਬਾਅਦ ਵਿਜੇ ਸਾਂਪਲਾ ਹੋਣਾ ਵੱਲੋਂ ਸਰਕਟ ਹਾਊਸ ਵਿੱਚ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਤਿੱਖਾ ਪ੍ਰਦਰਸ਼ਨ ਜਿਹੜਾ ਸੀਗਾ ਉਹਨਾਂ ਦਾ ਕੀਤਾ ਗਿਆ। ਹਾਲਾਂਕਿ ਸ਼ਵੇਤ ਮਲਿਕ ਦੇ ਖਿਲਾਫ ਵੀ ਕਾਫੀ ਜਿਹੜਾ ਸੀਗਾ ਅੱਜ ਪ੍ਰਦਰਸ਼ਨ ਜਿਹੜਾ ਸੀਗਾ ਉਹ ਕੀਤਾ ਗਿਆ, ਔਰ ਕਈ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਸੀਗਾ ਹਿਰਾਸਤ 'ਚ ਵੀ ਲਿੱਤਾ ਗਿਆ ਸੀਗਾ। ਹਰਜੀਤ ਸਿੰਘ ਝੀਤਾ ਜੀ ਹੁਣੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਵੀਰ ਜੀ, ਪਹਿਲਾਂ ਤਾਂ ਜਿਹੜਾ ਤਾਂ ਤੁਸੀਂ ਅੱਜ ਵਿਰੋਧ ਕੀਤਾ ਦੁਬਾਰਾ ਤੋਂ, ਕਿਸ ਤਰ੍ਹਾਂ ਵੇਖਦੇ ਹੋ ਵਿਰੋਧ ਨੂੰ, ਔਰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਨੌਜਵਾਨ ਵਾਲੇ ਸਵਾਲ ਪੁੱਛੇ ਗਏ ਨੇ, ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ? ਵੇਖੋ ਜੀ, ਸਵਾਲ ਪਬਲਿਕ ਦੇ ਜਾਇਜ਼ ਆ, ਸਵਾਲਾਂ ਦਾ ਜਵਾਬ ਦੇਣਾ ਜਿਹੜੇ ਸਾਡੇ ਵਿਧਾਇਕ ਆ ਇਹਨਾਂ ਦਾ ਫਰਜ਼ ਬਣਦਾ, ਸਾਡੀ ਲੀਡਰ ਦਾ, ਸਰਕਾਰਾਂ ਦਾ ਫਰਜ਼ ਬਣਦਾ ਪਬਲਿਕ ਦੇ ਸਵਾਲਾਂ ਦਾ ਜਵਾਬ ਦੇਣਾ। ਪਰ ਇਹ ਕੀ ਕਰਦੇ ਆ ਵੀ ਜਦੋਂ ਪਬਲਿਕ ਦੀਆਂ ਵੋਟਾਂ ਲੈ ਕੇ ਪਰ ਪਬਲਿਕ ਦੇ ਜਿਹੜੇ ਸੈਕਟਰ ਉਹਨੂੰ ਵੇਚਣ ਦੀ ਗੱਲ ਕਰਨ ਰਹੇ ਆ, ਤੇ ਤਾਂ ਪਬਲਿਕ ਦਾ ਗੁੱਸਾ ਲਾਜ਼ਮੀ ਆ ਵੀ ਗੁੱਸਾ ਇਹਨਾਂ ਦਿਨ ਬ ਦਿਨ ਵੱਧਦਾ ਜਾ ਰਿਹਾ ਵਾ। ਵੇਖੋ ਅੱਜ ਦੇ ਹਾਲਾਤ ਕੀ ਆ, ਕਦੀ ਕਿਸੇ ਨੇ ਸੋਚਿਆ ਸੀ ਵੀ ਸਾਡੇ ਜਹਾਜ਼ ਵਿਕ ਜਾਣਗੇ, ਸਾਡੀਆਂ ਰੇਲਾਂ ਵਿਕ ਜਾਣਗੀਆਂ, ਸਾਡੇ ਏਅਰਪੋਰਟ ਵਿਕ ਜਾਣਗੇ, ਸਾਡੇ ਸਟੇਸ਼ਨ ਵਿਕ ਜਾਣਗੇ, ਸਾਡੀਆਂ ਬੈਂਕਾਂ ਵਿਕ ਜਾਣਗੀਆਂ, ਸਾਡੇ ਪੈਟਰੋਲ ਪੰਪ ਵਿਕ ਜਾਣਗੇ। ਕਦੀ ਕਿਸੇ ਨੇ ਸੋਚਿਆ ਨਹੀਂ। ਇੱਥੋਂ ਤੱਕ ਸਾਡੇ ਜਿਹੜੇ ਦੂਰ ਸੰਚਾਰ ਦੇ ਕੇਂਦਰ ਉਹ ਵੀ ਵਿਕ ਗਏ ਆ। ਸਾਡੇ ਕੋਲ ਰਿਹਾ ਕੀ ਆ? ਪਬਲਿਕ ਦੇ ਸੈਕਟਰ ਦੇ ਵਿੱਚ ਕੋਈ ਰੁਪਈਆ ਨਹੀਂ ਲੱਗਦਾ, ਪਬਲਿਕ ਦਾ ਪਬਲਿਕ ਦੇ ਹਿੱਤ 'ਚ ਬਣਿਆ ਹੁੰਦਾ। ਲਾਗਤ ਖਰਚਾ ਲਾ ਕੇ ਪਬਲਿਕ ਦੇ ਸੈਕਟਰ ਪਬਲਿਕ ਵਾਸਤੇ। ਹੁਣ ਅੱਜ ਵੇਖੋ, ਜਿੱਦਣ ਪਬਲਿਕ ਦੇ ਸਟੇਸ਼ਨ ਹੀ ਉਦੋਂ 3 ਰੁਪਏ ਵਾਸਤੇ ਹੀ 2 ਰੁਪਏ ਪਲੇਟਫਾਰਮ ਦੀ ਟਿਕਟ ਹੀ ਚੱਲ ਜਾਂਦੇ ਆ। ਅੱਜ 30 ਰੁਪਏ 50 ਰੁਪਏ ਹੋ ਗਈ ਆ। ਤੇ ਜਦੋਂ ਪਲੇਟਫਾਰਮ ਟਿਕਟ ਹੀ ਇੰਨੀ ਮਹਿੰਗੀ ਹੋ ਗਈ ਤੇ ਰੇਲ ਤੇ ਕਿੱਥੇ ਚੜ੍ਹ ਜਾਗੇ? ਸਟੇਸ਼ਨ ਤੇ ਉਹ ਦਿੱਲੀ ਜਾਣੇ ਹਾਂ 100 ਰੁਪਏ 'ਚ ਚੱਲ ਜਾਂਦੇ ਆ। ਅੱਜ ਜਨਰਲ ਡੱਬੇ ਹੀ ਕੱਟਤੇ, ਅੱਜ ਸਲੀਪਰ ਕੱਟਤੇ, ਅੱਜ ਏਸੀ ਡੱਬੇ ਰਹਿ ਗਏ। ਦੱਸੋ ਅਸੀਂ ਕਿਹੜੇ ਅੰਬਾਨੀ ਅਡਾਨੀ ਨੇ ਟ੍ਰੇਨਾਂ ਤੇ ਇਹੋ ਜਿਹਾ ਕਬਜ਼ਾ ਕਰ ਲਿਆ, ਇਹੋ ਜਿਹਾ ਕਰ ਲਿਆ, ਕਿਹੜੇ ਖੂਹ 'ਚ ਜਾਵਾਂਗੇ? ਸੋ ਸਾਨੂੰ ਅਸੀਂ ਕੁਝ ਵੀ ਕੁਰਬਾਨੀ ਦੇ ਕੇ ਹੀ ਦੇਸ਼ ਨੂੰ ਬਚਾਉਣਾ ਪੈਣਾ ਸਾਨੂੰ। ਲੇਕਿਨ ਲਗਾਤਾਰ ਵਿਰੋਧ ਵੀ ਹੋ ਰਿਹਾ, ਕੀ ਕਾਰਨ ਸਮਝਦੇ ਹੋ? ਭਾਜਪਾ ਦੁਬਾਰਾ ਆਪਣੇ ਸੁਰ ਜਿਹੜੇ ਗਾਈ ਜਾ ਰਹੀ ਹੈ, ਪਤਾ ਵਾ ਵਿਰੋਧ ਹੋ ਰਿਹਾ ਵਾ, ਕਿਸਾਨ ਵਿਰੋਧ ਕਰ ਰਹੇ ਨੇ, ਫਿਰ ਵੀ ਰੇਲਵੇ ਸਟੇਸ਼ਨ ਤੇ ਕਦੀ ਪਹੁੰਚਿਆ ਜਾ ਰਿਹਾ, ਕਦੀ ਵਿਜੇ ਸਾਂਪਲੇ ਹੋਣੇ ਐਸਸੀ ਕਮਿਸ਼ਨ ਦੇ ਚੇਅਰਮੈਨ ਬਣ ਕੇ ਇੱਥੇ ਪਹੁੰਚਦੇ ਪਏ, ਕਿ ਲੱਗਦਾ ਜਾਣ ਕੇ ਪੁੱਛ ਕੇ ਆਇਆ ਜਾ ਰਿਹਾ? ਦੇਖੋ, ਐਸਸੀ ਕਮਿਸ਼ਨ ਦਾ ਚੇਅਰਮੈਨ ਹੈ ਸਾਂਪਲਾ, ਇਹਨੇ ਉਹ ਸਟੇਸ਼ਨ ਦਾ ਮੈਨੂੰ ਪਤਾ ਲੱਗਾ ਸਟੇਸ਼ਨ ਦਾ ਇਹ ਮੈਂਬਰ ਆ। ਦੋਵਾਂ ਹੀ ਲੋਕ ਇਹ ਵਾਸਤੇ ਬਣੇ ਆ ਤੇ ਲੋਕ ਤੁਹਾਨੂੰ ਸਿੱਕੇ ਟੰਗ ਰਹੇ ਆ ਦੋਵੇਂ। ਅਸੀਂ ਇਹਨੂੰ ਇਹ ਸਵਾਲ ਪੁੱਛਿਆ ਸੀ ਜਾ ਕੇ ਸਟੇਸ਼ਨ ਦੇ ਵਿੱਚ ਵੀ ਤੂੰ ਸਟੇਸ਼ਨ ਦਾ ਤੈਨੂੰ ਮੈਂਬਰ ਬਣਾਇਆ, ਪਬਲਿਕ ਨੇ ਬਣਾਇਆ ਨਾ। ਅੱਜ ਤੂੰ ਮੀਟਿੰਗਾਂ ਮਾਨੀ ਡਾਨੀ ਵਾਸਤੇ ਕਰਨ ਡਿਆ, ਅੱਜ ਤੂੰ ਮੈਂਬਰ ਅਸੀਂ ਬਣਾਇਆ ਸਾਨੂੰ, ਤੇ ਵੇਚਣ ਤੂੰ ਇਸ ਕਰਕੇ ਪਬਲਿਕ ਦੀ ਪਿੱਠ ਤੇ ਛੁਰਾ ਮਾਰਨ ਡਿਆ। ਇਸ ਕਰਕੇ ਸਵਾਲ ਇਹਨੂੰ ਪੁੱਛਿਆ ਸੀ ਵੀ ਸਾਨੂੰ ਇੱਕ ਗੱਲ ਦਾ ਜਵਾਬ ਦੇ ਦੇ, ਤੂੰ ਸਟੇਸ਼ਨ ਨਹੀਂ ਵੇਚੇਗਾ, ਸਾਨੂੰ ਲਿਖ ਕੇ ਦੇ ਦੇ। ਜਦੋਂ ਇਹਨੇ ਸਟੇਸ਼ਨ ਵੇਚਿਆ ਲਿਖ ਕੇ ਨਹੀਂ ਦੇ ਸਕਦਾ। ਆਪਾਂ 1.5 ਘੰਟਾ ਉੱਥੇ ਇੱਕੋ ਗੱਲ ਤੇ ਅਡਾਉਣੀ ਪੈ ਛੱਡੀ, ਸਾਡੀ ਲੜਾਈ ਹੋਈ ਆ ਵੀ ਸਾਨੂੰ ਲਿਖ ਕੇ ਦੇ ਦੇ, ਅਸੀਂ ਚੱਲ ਜਾਂਦੇ ਆ। ਨਹੀਂ ਲਿਖ ਕੇ ਨੇ ਸਾਨੂੰ ਦਿੱਤਾ, ਤਾਂ ਕਰਕੇ ਪੁਲਿਸ ਨੇ ਜਬਰੀ ਸਾਨੂੰ ਚੁੱਕਿਆ, ਜਬਰੀ ਸਾਡੇ ਤੇ ਪਰਚੇ ਦੀ ਗੱਲ ਕੀਤੀ ਆ। ਇਹਨੇ ਕੰਪਲੇਂਟ ਕੀਤੀ ਆ ਵੀ ਇਹਨਾਂ ਨੂੰ ਚੁੱਕੋ, ਸਾਨੂੰ ਪੁਲਿਸ ਚੁੱਕ ਕੇ ਲੈ ਗਈ ਆ, ਸਾਨੂੰ ਥਾਣੇ ਸੁੱਟਿਆ ਗਿਆ ਵਾ। ਪਰ ਪੁਲਿਸ ਨੇ ਸਾਨੂੰ 2 ਘੰਟਿਆਂ ਬਾਹਰ ਛੱਡਤਾ। ਪਰ ਅਸੀਂ ਇਹਨੇ ਵੀ ਸਾਨੂੰ ਜੇਲ੍ਹਾਂ 'ਚ ਲੈ ਜਾਓ, ਜਿੱਥੇ ਮਰਜ਼ੀ ਲੈ ਜਾਓ।
ਅਸੀਂ ਇਹਨਾਂ ਕੋਲ ਸਵਾਲ ਪੁੱਛਾਂਗੇ ਵੀ ਸਾਡੇ ਸਵਾਲਾਂ ਦਾ ਜਵਾਬ ਇਹਨਾਂ ਕੋਲ ਦਿੱਤਾ ਨਹੀਂ ਜਾਣਾ, ਕਿਉਂ ਇਹ ਅੰਦਰ ਖਾਤੇ ਇਹਨਾਂ ਨੂੰ ਪਾਲਾ ਸੁੱਝਦਾ, ਇਹ ਚੋਰ ਆ। ਕੇਂਦਰ ਸਰਕਾਰ ਜਦੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਆਉਂਦੀ ਹੈ ਤੇ ਬੜੀਆਂ ਦਾਅਵੇ ਕੀਤੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿ ਜੇ ਕਿਸਾਨਾਂ ਦੇ ਹੱਕ 'ਚ ਵੀ ਗੱਲ ਕੀਤੀ ਜਾਂਦੀ ਕਿ ਕਿਸਾਨਾਂ ਦੇ ਹੱਕ 'ਚ ਦੂਸਰੇ ਪਾਸੇ ਤੁਹਾਨੂੰ ਖੁਦ ਅਰੈਸਟ ਕਰਦੇ ਪਏ, ਕਿਸ ਤਰ੍ਹਾਂ ਵੇਖਦੇ ਹੋ ਕਿ ਲੱਗਦਾ ਦੋਹਰੀ ਨੀਤੀ ਅਪਣਾ ਰਹੇ? ਵੇਖੋ ਸਾਨੂੰ ਪਤਾ ਵਾ ਸਰਕਾਰਾਂ ਸਾਰੀਆਂ ਇੱਕ ਆ। ਜਦੋਂ ਪਬਲਿਕ ਨੇ ਲੋਕਾਂ ਨੇ ਆਵਾਜ਼ ਉਠਾਈ ਆ ਫਿਰ ਜਾ ਕੇ ਨਹੀਂ ਤੇ ਅੰਦਰ ਖਾਤੇ ਵੇਖੋ ਕੈਪਟਨ ਅਮਰਿੰਦਰ 2017 ਦੀ ਰਿਲਾਇੰਸ ਵਾਲਿਆਂ ਨੇ ਸਹਿਮਤੀ ਦਿੱਤੀ ਆ, ਬਾਦਲ ਸਾਹਿਬ ਨੇ ਵੀ ਸਹਿਮਤੀ ਦਿੱਤੀ ਆ, ਸਾਰੀਆਂ ਸਰਕਾਰਾਂ ਨੇ ਸਹਿਮਤੀ ਦਿੱਤੀ, ਸਰਕਾਰਾਂ ਇੱਕ ਆ। ਪਬਲਿਕ ਜਿਹੜੀ ਆ ਪਬਲਿਕ ਦੇ ਲੋਕਾਂ ਨੂੰ ਜਦੋਂ ਕਿਸਾਨਾਂ ਨੇ ਮੂਵਮੈਂਟ ਚਲਾਈ ਆ ਸਾਰੇ ਲੋਕ ਕਿਸਾਨਾਂ ਨਾਲ ਖੜ ਗਿਆ, ਕਿਉਂ ਇਸ ਕਰਕੇ ਪਬਲਿਕ ਨੂੰ ਵੇਚਣਾ ਚਾਹੁੰਦੇ ਆ, ਪਬਲਿਕ ਸੈਕਟਰ ਨੂੰ ਵੇਚਣਾ ਚਾਹੁੰਦੇ ਆ। ਤਾਂ ਕਰਕੇ ਅੱਜ ਵੇਖੋ ਜੇ ਅਸੀਂ ਵਿਰੋਧ ਕਰਦੇ ਆ ਸਾਡੇ ਨੌਜਵਾਨਾਂ ਨੂੰ ਆਹ ਮੁੰਡਾ ਵੀਰ ਆ ਇਹ ਬਾਹਰੋਂ ਨਿਊਜ਼ੀਲੈਂਡ ਚੋਂ ਦੁੱਖ ਆ ਨਾ ਇਹਨੂੰ, ਇਹ ਪੜ੍ਹਾਈ ਛੱਡ ਕੇ ਆਇਆ ਉੱਥੇ ਲੱਖ ਰੁਪਈਆ ਕਮਾਈ ਕਰਨ ਰਹੇ ਸੀ, ਛੱਡ ਕੇ ਦੇਸ਼ ਵਾਸਤੇ ਆ ਗਏ ਆ ਤੇ ਇਹਨੂੰ ਗੱਡੀ ਨੂੰ ਜਿਹਨੇ ਨੇ ਖਿਲਾਰਿਆ ਵਾ ਇਹ ਵਿਰੋਧ ਕਰਨ ਰਿਹਾ, ਇਹਦੀ ਸਿੱਧੀ ਗੱਡੀ ਨੂੰ ਟੱਕਰ ਮਾਰੀ ਆ, ਇਹਦਾ ਮੋਟਰਸਾਈਕਲ ਭੰਤਾ, ਮੋਟਰਸਾਈਕਲ ਸਾਰਾ ਭੱਜਾ ਪਿਆ, ਇਹਦੀਆਂ ਵੇਖੋ ਸੱਟਾਂ ਲਾਤੀਆਂ, ਕੀ ਇਹਦੀ ਹਾਲਤ ਕੀਤੀ ਆ। ਵਿਰੋਧ ਨਹੀਂ ਸਾਨੂੰ ਕਰਨ ਦੇ ਤੇ ਪਰ ਫਿਰ ਵੀ ਅਸੀਂ ਵਿਰੋਧ ਕਰਾਂਗੇ। ਇਹਦੇ ਲਈ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਆ ਕੋਈ ਕੰਪਲੇਂਟ ਵੀ ਦਰਜ ਕਰਵਾਈ ਜਾਏਗੀ ਔਰ ਮਾਮਲਾ ਦਰਜ? ਵੇਖੋ ਹਜੇ ਤੇ ਅਸੀਂ ਸਟੇਸ਼ਨ ਤੋਂ ਛੁੱਟ ਗਏ, ਹਜੇ ਤੇ ਸਾਨੂੰ ਪੁਲਿਸ ਸਟੇਸ਼ਨ ਲੈ ਗਏ ਸੀ, ਉੱਥੋਂ ਸਾਨੂੰ ਹੁਣੇ ਛੱਡਿਆ ਗਿਆ, ਅਸੀਂ ਆਏ ਆ। ਹੁਣ ਅਸੀਂ ਇਹਨਾਂ ਦੇ ਕੰਪਲੇਂਟ ਕਰਾਂਗੇ, ਜਿਹੜੀ ਸਾਡੇ ਤੇ ਕੰਪਲੇਂਟ ਕੀਤੀ ਸਾਡੇ ਤੇ ਕੋਈ ਧਾਰਾ ਤੇ ਬੰਦ ਹੀ ਨਹੀਂ, ਹਾਰ ਖੱਜਲ ਖਰਾਬ ਕਰਕੇ ਸਾਨੂੰ ਇਹਨਾਂ ਨੇ ਛੱਡਤਾ। ਹੁਣ ਅਸੀਂ ਇਹਨਾਂ ਦੇ ਜਿਹੜਾ ਸਾਡੇ ਸੰਦ ਭੰਨੇ ਆ, ਸਾਡੇ ਗੋਡੇ ਗਿੱਟੇ ਤੋੜੇ ਗਏ, 7 ਮੁੰਡੇ ਅੱਜ ਫੱਟੜ ਕੀਤੇ ਗਏ ਆ, ਅਸੀਂ ਉਹਨਾਂ ਦਾ ਲਵਾਂਗੇ ਹਿਸਾਬ, ਸਾਨੂੰ ਹਿਸਾਬ ਦਿਓ। ਸਾਡੇ ਜਿਹੜੇ ਵਹੀਕਲ ਭੰਨੇ ਗਏ ਅਸੀਂ ਸਿਰਫ ਝੰਡੇ ਵਿਖਾਉਣ ਦੇ ਮੁੰਡੇ ਖਲੋ ਕੇ, ਜਦੋਂ ਰੌਂਗ ਸਾਈਡ ਤੋਂ ਚੜ੍ਹਨ ਇਹ ਡਿਆ ਸੀ, ਜਿਹੜਾ ਸਾਂਪਲਾ ਵਾ ਰੌਂਗ ਸਾਈਡ ਤੋਂ ਪੁਲ ਤੇ ਚੜ੍ਹਨ ਡਿਆ ਸੀ ਤੇ ਰੌਂਗ ਸਾਈਡ ਤੋਂ ਚੜ੍ਹਦਿਆਂ ਨੂੰ ਅਸੀਂ ਝੰਡੇ ਵਿਖਾਏ ਆ, ਇਹਨਾਂ ਵਾਸਤੇ ਚਲਾਨ ਪਹਿਲਾਂ ਤੇ ਉਹ ਬਣਦਾ, ਠੀਕ ਆ। ਅਸੀਂ ਝੰਡੇ ਵਿਖਾਏ ਆ, ਅਸੀਂ ਪ੍ਰੋਟੈਕਟ ਕਰਨਾ, ਪਬਲਿਕ ਦਾ ਹੱਕ ਆ, ਪਬਲਿਕ ਕਰੂਗੀ, ਇਹ ਸਾਨੂੰ ਸੰਵਿਧਾਨ 'ਚ ਦਿੱਤਾ ਗਿਆ। ਭੀਮ ਰਾਓ ਅੰਬੇਦਕਰ ਜੀ ਨੇ ਸੰਵਿਧਾਨ 'ਚ ਸਾਨੂੰ ਲਿਖਿਆ ਵੀ ਅਸੀਂ ਪ੍ਰੋਟੈਕਟ ਕਰ ਸਕਦੇ, ਨਾ ਹੀ ਪ੍ਰੋਟੈਕਟ ਕਰੀਏ ਇਹ ਸਾਡਾ ਦੇਸ਼ ਸਾਰੇ ਕਦੇ ਤਾਂ ਵੇਚ ਜਾਂਦੇ। ਪ੍ਰੋਟੈਕਟ ਕਰਨ ਕਰਕੇ ਸਾਡਾ ਦੇਸ਼ ਬਚਿਆ, ਇਸ ਕਰਕੇ ਪ੍ਰੋਟੈਕਟ ਨੌਜਵਾਨ ਕਰਨ ਰਹੇ ਆ, ਉਹਦੇ ਪ੍ਰੋਟੈਕਟ ਕਰਨ ਦੇ ਬਾਵਜੂਦ ਹੀ ਸਾਡੇ ਨੌਜਵਾਨਾਂ ਨੂੰ ਸੱਟਾਂ ਲਾਈਆਂ ਜਾਣ ਰਹੀਆਂ ਵਾ। ਜੋ ਮਰਜ਼ੀ ਹੋ ਜੇ ਇਹ ਅਸੀਂ ਕਾਲੇ ਕਾਨੂੰਨ ਵਾਪਸ ਕਰਾ ਕੇ ਰਵਾਂਗੇ, ਸਾਡੇ ਨਾਲ ਹਰ ਵਰਗ ਸਾਡੇ ਨਾਲ ਆ, ਇੱਕ ਮੁੱਠ ਹੋ ਕੇ ਹੀ ਲੜ ਰਹੇ ਆ ਜੀ। ਸੋ ਇਹ ਨਿਊਜ਼ੀਲੈਂਡ ਤੋਂ ਵੀਰ ਆਇਆ ਹੈ ਜੋ ਦੱਸਿਆ ਜਾ ਰਿਹਾ ਹੈ ਔਰ ਲਗਾਤਾਰ ਹੀ ਪੰਜਾਬ ਦੇ ਲਈ ਆਇਆ, ਪੰਜਾਬੀਅਤ ਲਈ ਆਏ ਹੋਏ ਨੇ, ਲੇਕਿਨ ਅੱਜ ਇਹਨਾਂ ਦੇ ਉੱਤੇ ਜਿਹੜਾ ਅਟੈਕ ਕਿਸ ਹਿਸਾਬ ਦਾ ਕੀਤਾ ਗਿਆ। ਵੀਰ ਜੀ ਕੀ ਨਾਮ ਹੈ ਤੁਹਾਡਾ? ਮਨਪ੍ਰੀਤ ਜੀ। ਮਨਵੀਰ ਵੀਰ ਜੀ, ਤੁਸੀਂ ਇਹ ਨਿਊਜ਼ੀਲੈਂਡ ਤੋਂ ਸਪੈਸ਼ਲ ਇੱਥੇ ਪਹੁੰਚੇ ਹੋਏ ਹੋ, ਅੱਜ ਸੱਟ ਲੱਗ ਗਈ ਹੈ, ਕੀ ਕਹਿਣਾ ਚਾਹੋਗੇ? ਕਿਉਂ ਤੁਹਾਨੂੰ ਜਿਹੜੀਆਂ ਸੀਗੀਆਂ ਸੱਟਾਂ ਜਿਹੜੀਆਂ ਲੱਗੀਆਂ? ਨਹੀਂ ਕੋਈ ਗੱਲ ਨਹੀਂ, ਸੱਟ ਦੀ ਤਾਂ ਕੋਈ ਗੱਲ ਨਹੀਂ ਆ। ਨਿਊਜ਼ੀਲੈਂਡ ਮੈਂ ਮੋਰਚੇ ਤੋਂ ਪਹਿਲਾਂ ਦਾ ਹੀ ਆਇਆ ਸੀਗਾ, ਬਟ ਜਦੋਂ ਦਾ ਮੋਰਚਾ ਜੁੜਿਆ ਸੀ ਮੈਂ ਵਾਪਸ ਜਾਣਾ ਸੀ, ਬਟ ਮੈਂ ਆਪਣਾ ਵਧਾਈ ਜਾ ਰਿਹਾ, ਅੱਗੇ ਵਾਪਸ ਨਹੀਂ ਜਾ ਰਿਹਾ। ਮੋਦੀ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਮੈਂ ਅੱਜ ਤੋਂ 2 ਸਾਲ ਪਹਿਲਾਂ ਆਇਆ ਸੀਗਾ ਨਿਊਜ਼ੀਲੈਂਡ ਤੋਂ। ਮੈਂ ਆਇਆ ਸੀਗਾ, ਮੇਰੀ ਮਾਂ ਨਹੀਂ ਸੀ ਠੀਕ, ਮੇਰੇ ਮੰਮੀ ਬਿਮਾਰ ਰਹਿੰਦੇ ਸੀ ਤੇ ਜਿਹੜੀ ਮੇਰੀ ਸਰੀਰਕ ਮਾਂ ਆ, ਮੈਂ ਉਹਦੇ ਵਾਸਤੇ ਉਹ ਸਾਰੀਆਂ ਸੁੱਖ ਸਹੂਲਤਾਂ ਛੱਡ ਕੇ ਉਸ ਮੁਲਕ ਦੀਆਂ ਇੱਥੇ ਆ ਗਿਆ। ਤੇ ਇਹ ਜਿਹੜੀ ਮੋਦੀ ਇਹ ਗੱਲ ਸਮਝੇ ਵੀ ਇਹ ਜਿਹੜੀ ਜ਼ਮੀਨ ਆ ਇਹ ਵੀ ਸਾਡੀ ਮਾਂ ਵਾ, ਇਹ ਮੇਰੀ ਮਾਂ ਤੇ ਹੈ ਹੀ ਆ, ਮੇਰੇ ਪਿਓ ਦੀ ਮਾਂ ਵੀ ਜ਼ਮੀਨ ਇਹ ਮਾਂ ਸੀ, ਮੇਰੇ ਦਾਦੇ ਦੀ ਵੀ ਸੀ। ਤੇ ਇਹ ਅਸੀਂ ਜ਼ਮੀਨਾਂ ਵਾਸਤੇ ਹੁਣ ਕੀ ਨਹੀਂ ਕਰ ਸਕਦੇ ਜੇ ਅਸੀਂ ਆਪਣੀ ਸਰੀਰਕ ਮਾਂ ਵਾਸਤੇ ਆਪਣਾ ਸਾਰੇ ਸੁੱਖ ਛੱਡ ਕੇ ਸਭ ਕੁਝ ਪੂਰੀ ਦੁਨੀਆ ਦੀਆਂ ਸਹੂਲਤਾਂ ਛੱਡ ਕੇ ਇੱਥੇ ਆ ਗਏ ਉਹਦੀ ਸੇਵਾ ਕਰਨ ਨੂੰ। ਤੇ ਜਿਹੜੀ ਸਾਡੀ ਦਾਦਿਆਂ ਦੀ ਮਾਂ, ਸਾਡੇ ਪੁਰਖਿਆਂ ਦੀ ਮਾਂ ਸਾਡੀ ਜ਼ਮੀਨ ਆ, ਅਸੀਂ ਉਹਦੇ ਵਾਸਤੇ ਕੀ ਨਹੀਂ ਕਰ ਸਕਦੇ ਜੀ। ਇਹ ਸੱਟ ਦਾ ਕੀ, ਇਹ ਸੱਟ ਦੀ ਨਹੀਂ ਕੋਈ ਵੀ ਪਰਵਾਹ, ਸਾਨੂੰ ਚੜ੍ਹਦੀ ਕਲਾ ਹੈ। ਲੇਕਿਨ ਕਿਤੇ ਨਾ ਕਿਤੇ ਬੜੀ ਮੰਦਭਾਗੀ ਘਟਨਾ ਹੈ, ਜੇਕਰ ਕੋਈ ਬੰਦਾ ਵਿਰੋਧ ਕਰਦਾ ਔਰ ਤੇ ਇਸ ਤਰ੍ਹਾਂ ਦਾ ਅਟੈਕ ਕਰਨਾ ਜਾਂ ਗੱਡੀ ਨਾਲ ਹਿੱਟ ਕਰਨਾ ਬੜੀ ਮੰਦਭਾਗੀ ਘਟਨਾ। ਬਿਲਕੁਲ ਬਿਲਕੁਲ, ਇਹਨਾਂ ਨੂੰ ਡਰ ਸਿਰਫ ਝੰਡੀਆਂ ਤੋਂ ਲੱਗਾ, ਸਿਰਫ ਝੰਡੀਆਂ ਰੋਂਗ ਸਾਈਡ ਦੇ ਉੱਤੇ ਚੜਿਆ, ਇਹਨਾਂ ਨੇ ਝੰਡੀਆਂ ਦੇਖ ਲਈਆਂ ਕਿ ਹਾਂ ਇਹਨਾਂ ਇੱਥੇ ਖਲੋਤੇ ਝੰਡੀਆਂ ਲੈ ਗਏ। ਉਸ ਤੋਂ ਬਾਅਦ ਅਸੀਂ ਬਾਈਕ ਲੈ ਕੇ ਇੱਧਰ ਆਉਣਾ ਸੀਗਾ, ਮੇਰੇ ਕੋਲ ਬੁਲਟ ਸੀਗਾ ਤੇ ਇੱਕ ਨਾਲ ਵੀਰ ਹੋਣੀ ਹੋਰ ਸੀਗੇ, ਉਹ ਚੱਲ ਗਏ ਉਹ ਸ਼ਾਇਦ, ਤੇ ਉਹਨਾਂ ਦਾ ਵੀ ਮੋਟਰਸਾਈਕਲ ਭੱਜਾ ਵਾ, ਮੇਰਾ ਵੀ ਮੋਟਰਸਾਈਕਲ ਸਾਰਾ ਭੱਜਾ, ਸਾਡੇ ਅੱਗੇ ਲਿਆ ਕੇ ਗੱਡੀਆਂ ਖਿਲਾਰ ਕੇ ਯਕਦਮ ਇਹਨਾਂ ਨੇ ਬ੍ਰੇਕਾਂ ਮਾਰਤੀਆਂ। ਤੇ ਹੁਣ ਕੋਈ ਕੰਪਲੇਂਟ ਕੀਤੀ ਜਾਏਗੀ ਜਾਂ ਸੰਯੁਕਤ ਮੋਰਚੇ ਦੇ ਇੰਤਜ਼ਾਰ ਕੀਤਾ ਜਾਏਗਾ? ਹੁਣ ਜਥੇਬੰਦੀ ਦਾ ਜਿੱਦਾਂ ਸੰਯੁਕਤ ਮੋਰਚੇ ਜੋ ਉਹਨਾਂ ਦੇ ਉੱਪਰ ਹੁਕਮ ਹੋਊਗਾ, ਪਹਿਲਾਂ ਤਾਂ ਹੁਣ ਤਾਂ ਦਵਾਈ ਲਈਏ ਹਾਂਜੀ, ਤੇ ਉਸ ਤੋਂ ਬਾਅਦ ਫਿਰ ਅੱਗੇ ਦੀ ਕਾਰਵਾਈ ਜੋ ਵੀ ਹੋਗੀ ਉਹ ਤੁਹਾਨੂੰ ਦੱਸ ਦਿੱਤੀ ਜਾਏਗੀ ਜੀ। ਚੜ੍ਹਦੀ ਕਲਾ ਚ ਵੀਰ, ਕੋਈ ਗੱਲ ਨਹੀਂ, ਹੱਸ ਰਿਹਾ, ਕਹਿੰਦਾ ਕੋਈ ਗੱਲ ਨਹੀਂ, ਸੱਟ ਲੱਗੀ ਕੋਈ ਗੱਲ ਨਹੀਂ। ਮਹਿਤਾਬ ਜੀ, ਸਰਸਾ ਸਾਹਿਬ ਨਾਲ ਇਸ ਬਾਬਤ ਗੱਲ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਨੌਜਵਾਨ ਆ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚਦੇ ਪਏ ਨੇ, ਇਸ ਤਰ੍ਹਾਂ ਦੇ ਅਟੈਕ ਹੋਣਾ, ਕਿਆ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ? ਦਿੱਲੀ ਤੋਂ ਕੋਈ ਕਾਲ ਆ ਸਕਦੀ ਹੈ ਬਹੁਤ ਵੱਡੀ? ਦੇਖੋ, ਅਸੀਂ ਜਿਹੜਾ ਵਾ ਸ਼ਾਮ ਨੂੰ ਸੰਯੁਕਤ ਮੋਰਚਾ ਦੇ ਲੀਡਰਾਂ ਨਾਲ, ਸਿਰਸਾ ਸਾਹਿਬ ਨਾਲ ਔਰ ਬਾਕੀਆਂ ਨਾਲ ਸਲਾਹ ਜਿਹੜਾ ਵਾ ਉਹਨਾਂ ਨੂੰ ਦੱਸਾਂਗੇ ਕਿ ਆਹ ਅੰਮ੍ਰਿਤਸਰ 'ਚ ਅੱਜ ਘਟਨਾ ਵਾਪਰੀ ਹੈ, ਜਿਹੜਾ ਸਾਡੇ 6-7 ਨੌਜਵਾਨਾਂ ਨੂੰ ਕਾਤਲਾਨਾ ਹਮਲਾ ਉਹਨਾਂ ਤੇ ਕੀਤਾ ਗਿਆ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਂਕਿ ਵੇਖੋ, ਇੱਕ ਨਾਰਮਲ ਜਿਹੜਾ ਝੰਡੇ ਦਿਖਾਉਣੇ, ਜਿਹੜਾ ਦੂਰ ਖਲੋ ਕੇ ਉਹ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ। ਅਸੀਂ ਕਿਸੇ ਨੂੰ ਕੋਈ ਡੰਡਾ ਨਹੀਂ ਮਾਰਿਆ, ਕਿਸੇ ਨਾਲ ਕੋਈ ਜਿਹੜਾ ਵਾ ਉਹ ਗਲਤ ਲਫ਼ਜ਼ ਨਹੀਂ ਵਰਤਿਆ, ਫਿਰ ਵੀ ਜਿਹੜਾ ਵਾ ਉਹ ਇਹ ਬੁਖਲਾਟ ਦੇ ਵਿੱਚ ਆਣ ਕੇ ਕਾਤਲਾਨਾ ਹਮਲੇ ਕਰ ਰਹੇ ਆ। ਇਹਨਾਂ ਨੂੰ ਕੀ ਹੱਕ ਹੈ ਕਿ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ? ਕਿਉਂਕਿ ਇਹਨਾਂ ਨੇ ਪਹਿਲਾਂ ਹੀ ਸਰਕਾਰਾਂ ਨੇ ਹੁਣ ਤੱਕ ਨੌਜਵਾਨਾਂ ਨੂੰ
ਔਰ ਪੂਰੇ ਭਾਰਤ ਦੇ ਲੋਕਾਂ ਨੂੰ ਮਾਰਨ ਦੀ ਕੋਈ ਕਸਰ ਨਹੀਂ ਛੱਡੀ। ਹੁਣ ਤੱਕ ਇਹ ਮਾਰਦੇ ਹੀ ਰਹੇ ਵੱਖ-ਵੱਖ ਤਰੀਕਿਆਂ ਨਾਲ। ਔਰ ਆ ਵੀ ਜਿਹੜਾ ਵਾ 3 ਕਾਨੂੰਨ ਬਣਾਏ ਆ, ਇਹ ਵੀ ਇੱਕ ਮਾਰਨ ਦਾ ਹੀ ਤਰੀਕਾ ਹੈ ਕਿ ਜਿਹੜਾ ਸਾਰਾ ਅਨਾਜ ਹੀ ਲੁੱਟ ਕੇ ਲੋਕਾਂ ਨੂੰ, ਪਹਿਲਾਂ ਵੇਖੋ ਭੁੱਖਮਰੀ ਨਾਲ ਅੱਜ ਵੀ ਭਾਰਤ ਵਿੱਚ ਲੋਕ ਮਰ ਰਹੇ ਆ, ਸਰਕਾਰ ਉਹਨਾਂ ਬਾਰੇ ਕੁਝ ਨਹੀਂ ਸੋਚ ਰਹੀ। ਜਿਹੜੇ 3-3 ਲੱਖ ਦੀਆਂ ਚਾਹਾਂ ਪੀਣ ਵਾਲੇ ਆ, ਸਰਕਾਰ ਉਹਨਾਂ ਬਾਰੇ ਸੋਚ ਰਹੀ ਹੈ। ਜਿਹੜੇ ਆਮ ਲੋਕ ਭੁੱਖੇ ਮਰ ਰਹੇ ਆ, ਉਹਨਾਂ ਦਾ ਸਰਕਾਰ ਕੋਈ ਸੋਚ ਨਹੀਂ ਰਹੀ। ਜਦੋਂ ਕਿ ਸਰਕਾਰ ਦਾ ਪਹਿਲਾ ਇਹ ਫਰਜ਼ ਬਣਦਾ ਹੈ, ਕੋਈ ਭੁੱਖ ਨਾਲ ਜਾਂ ਕੋਈ ਠੰਡ ਨਾਲ ਜਾਂ ਕੋਈ ਗਰਮੀ ਨਾਲ ਜਾਂ ਕੋਈ ਪਿਆਸ ਨਾਲ ਨਹੀਂ ਮਰਨਾ ਚਾਹੀਦਾ। ਅਸੀਂ ਤੇ ਸਗੋਂ ਜਿਹੜਾ ਵਾ ਉਹ ਇਹ ਮੰਗ ਕਰਦੇ ਹਾਂ ਕਿ ਜਿਹੜਾ ਵੀ ਕਿਤੇ ਵੀ ਕੋਈ ਭੁੱਖ ਨਾਲ ਮਰਦਾ ਜਾਂ ਕੋਈ ਠੰਡ ਨਾਲ ਮਰਦਾ ਜਾਂ ਕਿਸਾਨ ਜਿਹੜਾ ਕਿਸੇ ਵੀ ਤਰ੍ਹਾਂ ਮੌਤ ਹੁੰਦੀ ਹੈ, ਜਿਹੜੀ ਕੁਦਰਤੀ ਮੌਤ ਨਹੀਂ ਗਿਣੀ ਜਾ ਸਕਦੀ, ਉਹਦੇ ਮੌਤ ਦਾ ਕਾਰਨ ਜਿਹੜਾ ਵਾ ਉਹਦੇ ਕਰਕੇ ਇੱਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਜ਼ਿਲ੍ਹੇ ਦੇ ਜਿਹੜੇ ਆ ਉਹ ਰਾਜ ਸਭਾ ਦਾ ਮੈਂਬਰ ਔਰ ਜਿਹੜੇ ਪਾਰਲੀਮੈਂਟ ਦੇ ਮੈਂਬਰ ਔਰ ਸਥਾਨਕ MLA ਜਾਂ ਉਸ ਮਹਿਕਮੇ ਦੇ ਮੰਤਰੀ, ਇਹਨਾਂ ਤੇ ਸਭ ਤੇ ਔਰ ਮੁੱਖ ਮੰਤਰੀ ਔਰ ਪ੍ਰਧਾਨ ਮੰਤਰੀ ਤੱਕ ਤੇ ਪਰਚੇ ਹੋਣੇ ਚਾਹੀਦੇ ਆ। ਉਹਨਾਂ ਤੇ 302 ਦੀ ਧਾਰਾ ਲੱਗਣੀ ਚਾਹੀਦੀ ਹੈ। ਕੋਈ ਵੀ ਮੌਤ ਭੁੱਖ ਨਾਲ ਜਾਂ ਜਿਹੜਾ ਵਾ ਪਿਆਸ ਨਾਲ ਜਾਂ ਠੰਡ ਨਾਲ ਜਾਂ ਗਰਮੀ ਨਾਲ ਹੁੰਦੀ ਹੈ। ਤਾਂ ਤੁਸੀਂ ਪ੍ਰਦਰਸ਼ਨ ਕਰ ਰਹੇ ਸੀਗੇ, ਬੜੀ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ, ਕਿਸ ਤਰ੍ਹਾਂ ਵੇਖਦੇ ਹੋ? ਲਗਾਤਾਰ ਹੀ ਪ੍ਰੋਟੈਸਟ ਕੀਤਾ ਜਾ ਰਿਹਾ, ਲੇਕਿਨ ਤੁਹਾਡੇ ਤੇ ਜਿਹੜੀ ਗਾਜ ਜਿਹੜੀ ਸੁੱਟੀ ਜਾਂਦੀ। ਦੇਖੋ, ਪੁਲਿਸ ਦਾ ਸਾਨੂੰ ਕੋਈ ਡਰ ਨਹੀਂ ਹੈਗਾ। ਪੁਲਿਸ ਸਾਨੂੰ ਜਿੰਨਾ ਮਰਜ਼ੀ ਡਰਾਉਣਾ ਚਾਹਵੇ। ਅੱਜ ਹੁਣ ਪੁਲਿਸ ਨੇ ਸਾਨੂੰ ਅਰੈਸਟ ਵੀ ਕੀਤਾ, ਪਰ 1.5-2 ਘੰਟੇ ਖਰਾਬ ਕਰਕੇ ਫਿਰ ਸਾਨੂੰ ਜਿਹੜਾ ਵਾ ਉਹ ਛੱਡ ਦਿੱਤਾ ਗਿਆ। ਸਿਰਫ ਇਹਨਾਂ ਨੇ ਸ਼ਵੇਤ ਮਲਿਕ ਨੂੰ ਔਰ ਜਿਹੜਾ ਹੈਗਾ ਸੀਗਾ ਵਿਜੇ ਸਾਂਪਲਾ ਔਰ ਉਹਨਾਂ ਨੂੰ ਕੱਢਣਾ ਸੀ ਇੱਥੋਂ, ਉਹਨਾਂ ਨੂੰ ਕੱਢਣ ਵਾਸਤੇ ਸਾਨੂੰ ਅਰੈਸਟ ਵੀ ਕੀਤਾ ਗਿਆ ਔਰ ਬਾਕੀ ਜਿਹੜਾ ਵਾ ਸਾਡੇ ਸਾਥੀਆਂ ਨੂੰ ਕਿਤੇ ਜਗ੍ਹਾ ਤੇ ਰੋਕਿਆ ਗਿਆ। ਲੇਕਿਨ ਅੱਜ ਅੰਮ੍ਰਿਤਸਰ ਦੀ ਧਰਤੀ ਤੇ ਬਹੁਤ ਜਗ੍ਹਾ ਤੇ ਅਸੀਂ ਇਹਨਾਂ ਦਾ ਵਿਰੋਧ ਕੀਤਾ ਔਰ ਜਿਹੜਾ ਇੱਥੇ ਬਾਅਦ ਵਿੱਚ ਦੁਰਗਿਆਣਾ ਮੰਦਿਰ ਰਾਮ ਤੀਰਥ ਮੰਦਿਰ ਜਿਹੜਾ ਵਾ ਉਹ ਸਾਡੇ ਕਿਸਾਨ ਜਥੇਬੰਦੀਆਂ ਨੇ, ਜਿਹੜਾ ਅਨਿਲ ਜੋਸ਼ੀ ਆ, ਉਹਨੂੰ ਵੀ ਕਾਫੀ ਟਾਈਮ ਘੇਰ ਕੇ ਰੱਖਿਆ। ਜਿਵੇਂ ਜੇ ਸਾਨੂੰ ਇਹ ਪੁਲਿਸ ਦੇ ਰਾਹੀਂ ਘੇਰ ਰਹੇ ਆ ਤੇ ਅਸੀਂ ਇਹਨਾਂ ਨੂੰ ਸਿੱਧਾ ਹੀ ਜਿਹੜਾ ਜਥੇਬੰਦੀਆਂ ਨਾਲ ਤਾਂ ਸਵਾਲ ਮੰਗ ਰਹੀਆਂ, ਸਵਾਲ ਪੁੱਛ ਰਹੀਆਂ ਕਿ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦਿਓ। ਲੇਕਿਨ ਸਵਾਲ ਦਾ ਜਵਾਬ ਤਾਂ ਤੁਹਾਨੂੰ ਮਿਲ ਹੀ ਨਹੀਂ ਸਕਦਾ, ਜਿਸ ਤਰ੍ਹਾਂ ਪੁਲਿਸ ਵਿੱਚ ਅੜਿੱਕਾ ਬਣ ਕੇ ਬੈਠ ਜਾਂਦੀ ਆ। ਅੱਜ ਦਰਬਾਰ ਸਾਹਿਬ ਦੇ ਵਿੱਚ ਇੱਕ ਨੌਜਵਾਨ ਵੱਲੋਂ ਸਵਾਲ ਪੁੱਛੇ ਗਏ, ਉਹਨੂੰ ਪਿੱਛੇ ਕਰ ਦਿੱਤਾ ਗਿਆ। ਕੀ ਲੱਗਦਾ ਸਵਾਲ ਦਾ ਜਵਾਬ ਪੁਲਿਸ ਤੋਂ ਆ ਸਕਦੀ ਹੈ, ਜਾਂ ਉਹ ਜੇਕਰ ਜਵਾਬ ਦੇਣਾ ਵੀ ਚਾਹੁੰਦੇ ਨੇ ਤੇ ਤੁਹਾਨੂੰ ਲਾਗੇ ਨਹੀਂ ਜਾਣ ਦਿੱਤਾ ਜਾਂਦਾ? ਦੇਖੋ, ਜੇ ਉਹਨਾਂ 'ਚ ਥੋੜੀ ਜਿਹੀ ਵੀ ਕੋਈ ਇਨਸਾਨੀਅਤ ਬਾਕੀ ਹੈ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਇਹ ਫਰਜ਼ ਬਣਦਾ ਕਿ ਜੇ ਸਾਡੇ ਘਰਾਂ ਦੇ ਅੱਗੇ ਧਰਨੇ ਆ, ਜੇ ਸਾਡਾ ਜਗ੍ਹਾ ਤੇ ਵਿਰੋਧ ਹੋ ਰਿਹਾ, ਜੇ ਉਹਨਾਂ ਨੂੰ ਅੱਜ ਪਾਵਰਾਂ ਦਿੱਤੀਆਂ ਤੇ ਕਿੰਨੇ ਦਿੱਤੀਆਂ? ਇਹਨਾਂ ਲੋਕਾਂ ਦੀ ਬਦੌਲਤ ਹੀ ਉਹ ਅੱਜ ਰਾਜ ਸਭਾ ਦੇ ਮੈਂਬਰ ਨੇ, ਉਹ ਅੱਜ ਪ੍ਰਧਾਨ ਮੰਤਰੀ ਨੇ, ਉਹ ਮੁੱਖ ਮੰਤਰੀ ਨੇ, ਉਹ MLA ਨੇ, ਉਹ ਮੰਤਰੀ ਨੇ। ਉਹਨਾਂ ਨੂੰ ਕੁਝ ਤਾਂ ਸੋਚਣਾ ਚਾਹੀਦਾ ਕਿ ਜੇ ਲੋਕ ਵਿਰੋਧ ਕਰ ਰਹੇ ਆ ਤੇ ਉਹਨਾਂ ਨੂੰ ਸੁਣਨੀ ਚਾਹੀਦੀ ਉਹਨਾਂ ਦੀ ਗੱਲ। ਜੇ ਸਿੱਧੀ ਪੁਲਿਸ ਦੇ ਰਾਹੀਂ ਨਹੀਂ ਕਰ ਸਕਦੇ, ਕੁਝ ਨਹੀਂ ਸੁਣ ਸਕਦੇ, ਉਹ ਤੁਹਾਡੇ ਰਾਹੀਂ ਪ੍ਰੈਸ ਦਾ ਜਰੀਆ ਤਾਂ ਹੈਗਾ ਨਾ ਸਭ ਤੋਂ ਵਧੀਆ, ਕਿ ਇੱਥੇ ਹਰ ਇੱਕ ਨੂੰ ਹੱਕ ਹੈ ਕਿ ਪ੍ਰੈਸ ਰਾਹੀਂ ਕੋਈ ਵੀ ਬੰਦਾ ਆਪਣੀ ਗੱਲ ਕਰ ਸਕਦਾ। ਜੇ ਉਹਨਾਂ 'ਚ ਇਨਸਾਨੀਅਤ ਹੈ ਤੇ ਉਹ ਪ੍ਰੈਸ ਦੇ ਰਾਹੀਂ ਗੱਲ ਕਰਨ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਨੀ ਚਾਹੁੰਦੇ ਆ, ਜਾਂ ਜੇ ਸਾਡਾ ਵਿਰੋਧ ਕਰ ਰਹੇ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ, ਉਹ ਗੱਲ ਕਰਨ ਤਾਂ ਸਹੀ, ਕਿਤੇ ਉਹ ਦੱਸਣ ਕਿ ਸਾਡੇ ਦਿਲ 'ਚ ਆਹ ਗੱਲ ਹੈਗੀ ਹੈ। ਕਿਉਂਕਿ ਉਹ ਵੇਖੋ, ਹਰ ਰੋਜ਼ ਜਿਹੜਾ ਵਾ ਉਹ ਕੋਈ ਨਵੀਂ ਸਕੀਮ ਬਣਾਉਂਦੇ ਆ ਕਿ ਜਿਹੜੀਆਂ ਸਰਕਾਰੀ ਪ੍ਰਾਪਰਟੀਆਂ, ਜਿਹੜੀਆਂ ਪਬਲਿਕ ਪ੍ਰਾਪਰਟੀਆਂ, ਉਹਨਾਂ ਨੂੰ ਕਿਸ ਤਰ੍ਹਾਂ ਵੇਚਣਾ, ਉਹਨਾਂ ਨੂੰ ਕਿਸ ਤਰ੍ਹਾਂ ਹੜੱਪਣਾ, ਉਹਨਾਂ ਤੋਂ ਕਿਸ ਤਰ੍ਹਾਂ ਜਿਹੜਾ ਵਾ ਦਲਾਲੀ ਲੈਣੀ ਹੈ। ਇਹਨਾਂ ਦੇ ਸਿਰਫ ਇਹੋ ਕੰਮ ਆ। ਜੇ ਸੱਚੇ ਆ ਨਾ, ਅਸੀਂ ਇਹਨਾਂ ਦਾ ਕੋਈ ਵਿਰੋਧ ਨਹੀਂ ਕਰਦੇ। ਇੱਕ ਕੰਮ ਕਰ ਦੇਣ, ਉਸ ਦਿਨ ਤੋਂ ਹੀ ਅਸੀਂ ਇਹਨਾਂ ਦਾ ਵਿਰੋਧ ਛੱਡ ਦੇਵਾਂਗੇ। ਜਿਹੜਾ ਪਰਸਨਲੀ ਵਿਰੋਧ ਨਹੀਂ ਕਰਾਂਗੇ। ਜਿਸ ਦਿਨ ਇਹ ਆਪਣੀ ਜਾਇਦਾਦ ਦਾ ਵੇਰਵਾ ਦੇ ਦੇਣ ਪਿਛਲੇ 30-35 ਸਾਲਾਂ ਦਾ, 40 ਸਾਲਾਂ ਦਾ, ਕਿ 40 ਸਾਲ ਪਹਿਲਾਂ ਸਾਡੇ ਕੋਲ ਆ ਜਾਇਦਾਦ ਸੀ, ਅੱਜ ਵੀ ਸਾਡੇ ਕੋਲ ਆਇਆ, ਅਸੀਂ ਧੋਖੇ ਨਾਲ ਜਾਂ ਦਲਾਲੀ ਨਾਲ ਜਾਂ ਕਿਸੇ ਤਰ੍ਹਾਂ ਵੀ ਨਜਾਇਜ਼ ਜਾਇਦਾਦ ਨਹੀਂ ਬਣਾਈ। ਇਹ ਆਪਣਾ ਵੇਰਵਾ ਦੇ ਦੇਣ, ਬਸ ਗੱਲ ਖਤਮ। ਬੀਬੀ ਜਗੀਰ ਕੌਰ ਹੋਣਾ ਵੱਲੋਂ ਕੱਲ ਪ੍ਰੈਸ ਵਾਰਤਾ ਕੀਤੀ ਗਈ ਸੀਗੀ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਜਾ ਸਕਦਾ, ਕੋਈ ਵੀ ਸਮਾਗਮ ਹੋਵੇ। ਲੇਕਿਨ ਅੱਜ ਵਿਜੇ ਸਾਂਪਲਾ ਹੋਣੇ ਪਹੁੰਚਦੇ ਨੇ, SGPC ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ, ਹਰਿਮੰਦਰ ਸਾਹਿਬ ਦੇ ਅੰਦਰੋਂ ਇਹ ਸਰੋਪਾ ਵੀ ਪਾਇਆ ਜਾਂਦਾ ਆ। ਕਿਸ ਤਰ੍ਹਾਂ ਵੇਖਦੇ ਹੋ? ਕਿਆ ਲੱਗਦਾ ਨਹੀਂ ਕਿ ਉਹ 'ਚ ਵੀ ਦੋਹਰੀ ਨੀਤੀ ਆ ਕਿ ਜਦੋਂ ਆਪਾਂ ਗੱਲ ਕਰਨੀ ਆ ਕੁਝ ਹੋ ਰਿਹਾ ਤੇ ਜਦੋਂ ਨਹੀਂ ਗੱਲ ਕਰਨੀ ਜਾਂ ਕੋਈ ਵਿਅਕਤੀ ਪਹੁੰਚ ਜਾਂਦਾ, ਵਿਸ਼ੇਸ਼ ਪਹੁੰਚ ਜਾਂਦਾ, ਤੇ ਉਹਦਾ VIP ਟ੍ਰੀਟਮੈਂਟ ਮਿਲਦਾ? ਬੀਬੀ ਜਗੀਰ ਕੌਰ ਜਿਹੜੀ ਆ ਉਹ ਔਰਤ ਦੀ ਪਵਿੱਤਰਤਾ ਨੂੰ ਵੀ ਜਿਹੜੀ ਆ ਉਹ ਜਿਹੜੀ ਤਾਰ ਕਰ ਰਹੀ ਆ। ਔਰ ਪ੍ਰਧਾਨਗੀ ਜਿਹੜੀ ਆ SGPC ਜਿਹੜੀ ਆ ਇੰਨੀ ਤਕੜੀ ਸੰਸਥਾ ਵਾ, ਉਹਦੀ ਉਹ ਪ੍ਰਧਾਨ ਆ। ਉਹਨੂੰ ਬਿਆਨ ਦੇਣ ਲੱਗਿਆ ਥੋੜਾ ਸੋਚਣਾ ਸਮਝਣਾ ਚਾਹੀਦਾ ਔਰ ਬੋਲਣ ਲੱਗਿਆ ਆਪਣੇ ਲਫ਼ਜ਼ਾਂ ਨੂੰ ਜਿਹੜਾ ਕੰਟਰੋਲ ਰੱਖਣਾ ਚਾਹੀਦਾ। ਇੱਕ ਬੰਨੇ ਤੇ ਉਹ ਕਹਿੰਦੀ ਕਿ ਪ੍ਰਧਾਨ ਮੰਤਰੀ ਨੂੰ VIP ਟ੍ਰੀਟਮੈਂਟ ਨਹੀਂ ਦਿੱਤਾ ਜਾਊਗਾ, ਦੂਜੇ ਬੰਨੇ BJP ਦੇ ਇੱਕ ਛੋਟੇ ਜਿਹੇ ਚੇਅਰਮੈਨ ਨੂੰ ਜਿਹੜਾ ਵਾ ਉਹ VIP ਟ੍ਰੀਟਮੈਂਟ ਦਿੱਤਾ ਜਾਂਦਾ। ਫਿਰ ਬੀਬੀ ਜਗੀਰ ਕੌਰ ਆਪ ਹੀ ਇਹਦਾ ਜਵਾਬ ਦੇਵੇ ਕਿ ਉਹ ਉਸ ਗੱਲ ਤੇ ਸੱਚੀ ਸੀ, ਉਹ ਜੋ ਅੱਜ ਕਰ ਰਹੀ ਆ ਉਹ ਸੱਚੀ ਆ, ਕੀ ਕਰ ਰਹੀ ਆ ਉਹ। ਸੋ ਇਹ ਸਨ ਕਿਸਾਨ ਆਗੂ ਔਰ ਲਗਾਤਾਰ ਹੀ ਕਿਸਾਨ ਆਗੂ ਜਿਹੜੇ ਨੇ ਉਹ BJP ਦੇ ਲੀਡਰਾਂ ਦਾ ਘਿਰਾਓ ਕਰਦੇ ਹੋਏ ਨਜ਼ਰ ਆ ਰਹੇ ਨੇ। ਔਰ ਅੱਜ ਵਿਜੇ ਸਾਂਪਲਾ ਹੋਣਾ ਵੱਲੋਂ ਅੰਮ੍ਰਿਤਸਰ ਦੀ ਫੇਰੀ ਸੀਗੀ ਤੇ ਅੰਮ੍ਰਿਤਸਰ ਦੀ ਫੇਰੀ ਦੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਹੀ ਉਹਨਾਂ ਦਾ ਵਿਰੋਧ ਜਿਹੜਾ ਆ ਉਹ ਕੀਤਾ ਜਾ ਰਿਹਾ ਸੀਗਾ। ਅਤੇ ਅੱਜ ਸ਼ਵੇਤ ਮਲਿਕ ਵੱਲੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਉੱਤੇ ਪ੍ਰੈਸ ਵਾਰਤਾ ਜਿਹੜੀ ਸੀਗੀ ਉਹ ਰੱਖੀ ਗਈ ਸੀਗੀ। ਲੇਕਿਨ ਜਿਸ ਤਰ੍ਹਾਂ ਹੀ ਕਿਸਾਨ ਉੱਥੇ ਪਹੁੰਚਦੇ ਨੇ ਤੇ
ਸ਼ਵੇਤ ਮਲਿਕ ਹੋਣੇ ਉੱਥੋਂ ਨਿਕਲ ਜਾਂਦੇ ਨੇ ਤੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਵੱਲੋਂ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਹੈ ਹਿਰਾਸਤ 'ਚ ਲੈ ਲਿੱਤਾ ਜਾਂਦਾ ਹੈ। ਲੇਕਿਨ ਕੁਝ ਸਮੇਂ ਬਾਅਦ ਜਿਹੜਾ ਹੈ ਉਹਨਾਂ ਨੂੰ ਛੱਡ ਵੀ ਦਿੱਤਾ ਜਾਂਦਾ ਹੈ। ਲੇਕਿਨ ਕਿਤਨਾ ਕਿਤੇ ਇੱਕ ਵਾਰ ਫਿਰ ਤੋਂ ਜਿਹੜਾ ਆ ਬੀਜੇਪੀ ਦਾ ਤਿੱਖਾ ਵਿਰੋਧ ਜਿਹੜਾ ਆ ਉਹ ਕਿਸਾਨ ਜਥੇਬੰਦੀਆਂ ਜ਼ਰੂਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਰੋਜ਼ਾਨਾ ਲੋਕ ਨਟ ਟੀਵੀ, ਅੰਮ੍ਰਿਤਸਰ।